वाहिगुरु जी का खालसा वाहिगुरु जी की फतेह। धन धन श्री गुरु गोबिंद सिंह साहिब जी पातशाह। सिखां नूं जो रहत बख्शी गुरु साहिब ने, उन्हां विचों एक होर बेशकीमती दात दसवंदी सिख दसवंद क्यों दिंदे ने, इहदे पिछे की राज है। आओ अज इस बारे जानन की कोशिश करिए। सब तो पहला गल, साडे कौम दे वीर ये चंगी तरह अपने दिमाग विच बिठा लैन, अपनी सुरती विच बिठा लैन कि पहले पातशाह धन धन श्री गुरु नानक देव जी तो लैके 11वें पातशाह धन धन श्री गुरु ग्रंथ साहिब जी, इन्हां ने जो भी असूल जो भी रहतावां गुरु साहब ने सिखां नूं दित्तियां ने, बख्शियां ने, ये पाई साडे वास्ते खजाने ने। ये अगमी दात आ परमेश्वर दी सानू इस पवजल तो तरन वास्ते। इसी तरह दसवंध दी भी दात है सिख नूं, बेशकीमती खजाना है सिख नूं दसवंध आ गुरु साहब वालों। हुण सिख वीर साडे ये सोचणगे कि भाई गुरु साहब की बाकी रहत समझ आउंदी है, पर दसवंध किवें? ये तां असीं अपनी सच्ची सुच्ची कमाई विचों 10वां हिस्सा कढ के गुरु साहब दे खजाने विच पाउने आ। साडे वास्ते दात किवें? इसे बारे अज असीं विचार करिए। जपजी साहिब विच एक शब्द आउंदा है, आपे बीज आपे ही खाहे। कहण दा भाव इस धरती ते इस युग ते जो भी इंसान बीजेगा उही वड्डेगा। जिवें दा बीज आपां बिओ दिआंगे उस तरह सानू उसका झाड़ मिलेगा। एक सृष्टि का कानून है, कह लो कि कॉस्मोस का रूल हैगा कि जो भी असीं दिन्ने आ वंडदे आ उही साडे कोल कई गुणा मल्टीप्लाई हो के साडे कोल आउंदा है। अगर असीं किसी इंसान नूं दुख दिन्ने आ तां उही दुख दिता होया दूसरे इंसान नूं 1000 गुणा कई गुणा वध के साडे कोल आवेगा। ये कुदरत का नियम है, सृष्टि का नियम है। जे असी किसी का बुरा करते हैं, वो कीता हुआ बुरा जड़ा वा वो साडे कोल कई गुणा वध के साडी जिंदगी उत्ते आवेगा। जे असी किसी का भला करते हैं, वो कीता होया भला कई गुणा फिर मल्टीप्लाई हो के साडी जिंदगी उत्ते भला करेगा। जे असी प्यार वंडदे हाँ, इस तरह प्यार भी कई गुणा 1000 गुणा साडे कोल आवेगा। इस सृष्टि का कानून है, यू विल गेट वॉट यू गिव, you will receive what you give to this universe, to the people, to this planet. इसे तरह
ਜੋ ਇਹ ਗੰਮੀ ਦਾਤ ਹੈ ਪਰਮੇਸ਼ਵਰ ਦੀ ਦਸਵੰਧ, ਜਦੋਂ ਇੱਕ ਸਿੱਖ 10ਵਾਂ ਹਿੱਸਾ ਕੱਢ ਕੇ ਕਿਸੇ ਲੋੜਵੰਦ ਦੀ, ਗਰੀਬ ਦੀ, ਜ਼ਰੂਰਤਮੰਦ ਦੀ ਮਦਦ ਕਰਦਾ, ਫਿਰ ਇਹੀ ਦਸਵੰਧ ਉਸ ਸਿੱਖ ਕੋਲ ਕਈ ਗੁਣਾ ਮਲਟੀਪਲਾਈ ਹੋ ਕੇ ਵਾਪਸ ਆਉਂਦਾ। ਆਹ ਰਾਜ ਹੈ ਦਸਵੰਧ ਦਾ, ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਾਤ ਬਖਸ਼ੀ। ਅਗਰ ਕੋਈ ਸਿੱਖ ਆਪਣੀ ਸੱਚੀ ਸੁੱਚੀ ਕਮਾਈ ਵਿੱਚੋਂ, ਕਿਰਤ ਵਿੱਚੋਂ ਦਸਵੰਧ ਕੱਢ ਕੇ ਕਿਸੇ ਲੋੜਵੰਦ ਦੀ, ਜ਼ਰੂਰਤਮੰਦ ਦੀ ਮਦਦ ਕਰਦਾ, ਸਿਰਫ ਉਸ ਜ਼ਰੂਰਤਮੰਦ ਲੋੜਵੰਦ ਦੀ ਹੀ ਜ਼ਰੂਰਤ ਪੂਰੀ ਨਹੀਂ ਹੋਣੀ, ਉਸ ਦਾ ਭਲਾ ਨਹੀਂ ਹੋਣਾ, ਦੇਣ ਵਾਲੇ ਦਾ ਕਈ ਗੁਣਾ, 1000 ਗੁਣਾ ਭਲਾ ਹੋਣਾ। ਖੇਡ ਇੱਦਾਂ ਹੈ ਕਿ 4 ਯੁੱਗ, ਸਤਯੁਗ, ਤ੍ਰੇਤਾ ਯੁਗ, ਦੁਆਪਰ ਯੁਗ, ਕਲਯੁਗ ਜੀ। ਪਹਿਲੇ ਯੁੱਗ ਵਿੱਚ, ਸਤਯੁਗ ਜੀ ਦੇ ਵਕਤ ਵਿੱਚ ਇਨਸਾਨ ਬਹੁਤ ਅਮੀਰ ਸੀ, ਕਿਸੇ ਚੀਜ਼ ਦੀ ਘਾਟ ਨਹੀਂ। ਦੂਸਰੇ ਯੁੱਗ ਵਿੱਚ ਥੋੜ੍ਹੀ ਹੋਰ ਘੱਟ ਹੋਈ ਅਮੀਰੀ, ਤੀਜੇ 'ਚ ਹੋਰ ਘੱਟ, ਕਲਯੁਗ ਜੀ ਦੇ ਵਕਤ ਵਿੱਚ ਬਹੁਤ ਗਰੀਬੀ ਹੋਵੇਗੀ। ਗਰੀਬੀ ਹੈ ਇਸ ਚੌਥੇ ਯੁੱਗ ਵਿੱਚ, ਇਹ ਨਿਯਮ ਹੈ ਇਸ ਚੌਥੇ ਯੁੱਗ ਜੀ ਦਾ। ਸਿੱਖ ਨੂੰ ਗਰੀਬੀ ਨਾ ਆਵੇ, ਸਿੱਖ ਹਮੇਸ਼ਾ ਬਾਦਸ਼ਾਹ ਰਹੇ, ਚਾਰੇ ਪਾਸੇ ਉਹਦੀ ਕਿਰਪਾ ਰਹੇ ਉਹਦੇ ਉੱਤੇ। ਇਸ ਕਰਕੇ ਗੁਰੂ ਸਾਹਿਬ ਨੇ ਦਸਵੰਧ ਦੀ ਦਾਤ ਦਿੱਤੀ ਹੋਈ ਹੈ ਸਿੱਖਾਂ ਨੂੰ। ਤੇ ਮੇਰਾ ਖਿਆਲ ਹੈ ਕਿ 95% ਸਿੱਖਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉਹ ਸੋਚਦੇ ਨੇ ਭਾਈ ਇੰਨੀ ਮਿਹਨਤ ਹੱਡ ਤੋੜ ਕਰਦੇ ਆ, ਕਿਉਂ ਦਈਏ ਅਸੀਂ ਪੈਸੇ। ਇਹ ਨਹੀਂ ਪਤਾ ਕਿ ਇਹ ਵੀ ਇੱਕ ਦਾਤ ਹੈ, ਇਹ ਸਾਡੇ ਵਾਸਤੇ ਹੈ, ਕਿਸੇ ਹੋਰ ਵਾਸਤੇ ਨਹੀਂ। ਇਹ ਸਾਡਾ ਭਲਾ ਕਰਨਾ ਗੁਰੂ ਸਾਹਿਬ ਨੇ, ਤਾਂ ਕਿ ਸਾਨੂੰ ਕਿਸੇ ਚੀਜ਼ ਦੀ ਥੋੜ ਨਾ ਆਵੇ। ਕੀ ਦੇਖਦੇ ਹਾਂ ਅਸੀਂ, ਉਸ ਤਰ੍ਹਾਂ ਤਾਂ ਕਿਸੇ ਨੇ ਜਾਣਾ ਨਹੀਂ ਗੁਰੂ ਘਰ। ਸੰਗਰਾਂਦ ਵਾਲੇ ਦਿਨ 100 ਰੁਪਇਆ ਦੇ ਜਾਂਦੇ ਆ ਆਪਣੀ ਲੱਖਾਂ ਦੀ ਕਮਾਈ ਵਿੱਚੋਂ, ਤੇ ਉੱਥੇ ਨਾਮ ਲਿਖਵਾ ਲੈਂਦੇ ਕਿ ਭਾਈ ਮੇਰਾ ਨਾਮ ਬੋਲਦੀ, ਮੈਂ 100 ਰੁਪਇਆ ਦੇ ਕੇ ਆਇਆ। ਫਿਰ ਕਹਿੰਦੇ ਸਾਡੇ ਉੱਤੇ ਗਰੀਬੀ ਛਾ ਗਈ ਹੈ। ਗਰੀਬੀ ਤਾਂ ਛਾਣੀ ਹੈ ਜਦੋਂ ਗੁਰੂ ਸਾਹਿਬ ਦੀ ਰਹਿਤ ਨਹੀਂ ਨਿਭਾਈ, ਹੁਕਮ ਨਹੀਂ ਮੰਨਿਆ। ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਜੋ ਦਸਵੰਧ ਅਸੀਂ ਆਪਣੀ ਸੱਚੀ ਸੁੱਚੀ ਕਿਰਤ ਵਿੱਚੋਂ ਕੱਢਣਾ ਹੈਗਾ, ਉਹ ਕਿਸੇ ਚੰਗੇ ਪਾਸੇ ਲੱਗੇ, ਸੱਚੇ ਜ਼ਰੂਰਤਮੰਦ ਕੋਲ ਜਾਵੇ। ਜਿਵੇਂ ਅੱਜ ਕੱਲ੍ਹ ਅਸੀਂ ਗੁਰੂ ਦੀਆਂ ਗੋਲਕਾਂ ਵਿੱਚ ਪਾਉਂਦੇ ਹੈਗੇ ਹਾਂ, ਗੁਰੂ ਸਾਹਿਬ ਦੀ ਗੋਲਕ ਵਿੱਚ ਪਾਉਂਦੇ ਹਾਂ। ਅਸਲ ਵਿੱਚ ਉਹ ਗੁਰੂ ਸਾਹਿਬ ਦੀ ਗੋਲਕ ਨਹੀਂ ਹੈ। ਉੱਥੇ ਜਿਹੜੇ ਕਮੇਟੀ ਦੇ ਪ੍ਰਧਾਨ ਬਣੇ ਹੁੰਦੇ ਨੇ, ਉਸ ਮਾਇਆ ਦਾ ਗਲਤ ਇਸਤੇਮਾਲ ਕਰਦੇ ਨੇ, ਆਪਣੇ ਘਰ ਭਰਦੇ ਨੇ। ਉਸ ਮਾਇਆ ਦਾ ਗਲਤ ਇਸਤੇਮਾਲ ਕਰਦੇ ਨੇ ਸਾਰੇ ਪਾਸੇ। ਇਹ ਫਲ ਵੀ ਤਾਂ ਮਿਲਣਾ ਜੇ ਅਸੀਂ ਉਸ ਦਸਵੰਧ ਨੂੰ ਕਿਸੇ ਚੰਗੇ ਹੱਥ ਵਿੱਚ ਰੱਖਾਂਗੇ, ਜ਼ਰੂਰਤਮੰਦ ਹੱਥ ਵਿੱਚ ਰੱਖਾਂਗੇ। ਕੋਈ ਇਨਸਾਨ ਕਸ਼ਟ ਵਿੱਚ ਹੈ, ਕੋਈ ਬਿਮਾਰ ਹੈ, ਪਰੇਸ਼ਾਨੀ ਹੈ ਉਸ ਦੀ ਜ਼ਿੰਦਗੀ ਉੱਤੇ ਮਾਇਆ ਦੇ ਕਾਰਨ, ਉਸ ਦੀ ਜ਼ਰੂਰਤ ਪੂਰੀ ਕਰੀਏ। ਇਹਦੇ ਵਿੱਚ ਸਰਬੱਤ ਦਾ ਭਲਾ ਹੋਣਾ ਹੈ, ਲੈਣ ਵਾਲੇ ਦਾ ਵੀ ਤੇ ਦੇਣ ਵਾਲੇ ਦਾ ਵੀ। ਕੋਈ ਭੁੱਖਾ ਹੈ, ਕੱਪੜਾ ਨਹੀਂ ਹੈ ਕਿਸੇ ਕੋਲ, ਕੋਈ ਚੀਜ਼ ਦੀ ਜ਼ਰੂਰਤ ਹੈ, ਉਸ ਨੂੰ ਉਸ ਦੀ ਚੀਜ਼ ਲੈ ਕੇ ਦੀਏ, ਜ਼ਰੂਰਤ ਪੂਰੀ ਕਰੀਏ ਉਸ ਦੀ। ਫਿਰ ਜੋ ਉਹ ਸਰਕਲ ਹੈਗਾ ਇਸ ਸ੍ਰਿਸ਼ਟੀ ਦਾ, ਜੋ ਕਾਨੂੰਨ ਹੈਗਾ, ਉਹ ਸਾਡੇ ਉੱਤੇ ਵਰਕ ਕਰੇਗਾ। ਬਾਹਰ ਕੀ ਜਾਣਾ ਹੈ, ਸਿੱਖ ਦੀ ਆਪਣੀ ਜ਼ਿੰਦਗੀ ਦਾ ਕੁਛ ਇਸ ਤਰ੍ਹਾਂ ਦੇ ਚਮਤਕਾਰ ਵਾਪਰੇ ਨੇ ਕਿ ਸਿੱਖ ਜ਼ਰੂਰ ਇਹ ਸ਼ੇਅਰ ਕਰਨਾ ਚਾਹੇਗਾ ਕੌਮ ਨਾਲ,
ਤਾਂ ਕਿ ਦੂਸਰੇ ਵੀਰਾਂ ਨੂੰ ਵੀ ਹੌਸਲਾ ਮਿਲੇ, ਵੱਧ ਤੋਂ ਵੱਧ ਜਜ਼ਬਾ ਆਵੇ ਅੰਦਰ। ਕਾਲਜ ਟਾਈਮ ਪੜ੍ਹਦਾ ਸਾਂ, ਉਸ ਤੋਂ ਉਪਰੰਤ ਸਿੱਖ ਦੀ ਪਹਿਲੀ ਕਮਾਈ 1000 ਰੁਪਏ ਸੀ। ਪਹਿਲੀ ਕਮਾਈ 1000 ਰੁਪਏ। ਪਰ ਕੁਛ ਸਰੀਰਕ ਕਸ਼ਟ ਹੋਣ ਕਾਰਨ ਪਹਿਲਾਂ ਸਿੱਖ ਨੇ ਗੁਰੂ ਸਾਹਿਬ ਦੀ ਗੋਲਕ ਵਿੱਚ ਉਸ ਦਾ 10ਵਾਂ ਹਿੱਸਾ 100 ਕੁ ਰੁਪਇਆ ਪਾ ਦਿੱਤਾ। ਗੁਰੂ ਸਾਹਿਬ ਤੁਹਾਡੇ ਚਰਨਾਂ ਵਿੱਚ ਹੈ। ਸਰੀਰਕ ਕਸ਼ਟ ਤਾਂ ਵੀ ਨਾ ਗਿਆ, ਫਿਰ 500 ਰੁਪਇਆ ਪਾ ਦਿੱਤਾ ਹੱਕ ਹਲਾਲ ਦੀ ਕਮਾਈ ਵਿੱਚੋਂ। ਕੀ ਭਾਣਾ ਵਰਤਿਆ ਪਰਮੇਸ਼ਵਰ ਦਾ, ਕੀ ਦਰਦ ਫਿਰ ਵੀ ਨਾ ਗਿਆ ਸਰੀਰ ਦਾ। ਤਾਂ ਸਿੱਖ ਨੇ ਸੋਚਿਆ ਕਿ ਗੁਰੂ ਸਾਹਿਬ ਆ ਲਓ, ਸੱਚੀ ਸੁੱਚੀ ਕਮਾਈ ਜੋ ਹੋਈ ਹੈ, ਆ ਪੂਰਾ ਦਾ ਪੂਰਾ ਜੋ 1000 ਰੁਪਇਆ ਕਮਾਇਆ ਤੁਹਾਡੇ ਚਰਨਾਂ ਵਿੱਚ ਹੈ, ਪੂਰਾ ਦਾ ਪੂਰਾ 1000 ਰੁਪਏ ਗੁਰੂ ਸਾਹਿਬ ਦੀ ਗੋਲਕ ਵਿੱਚ ਪਾ ਦਿੱਤਾ। ਚਲੋ ਉਹ ਵਕਤ ਬੀਤਿਆ। ਕੁਝ ਥੋੜੇ ਸਮੇਂ ਬਾਅਦ ਸਿੱਖ ਨੂੰ ਕਾਫੀ ਮਾਇਆ ਦੀ ਜੋ ਹੈ ਜ਼ਰੂਰਤ ਪਈ। ਕਹਿੰਦੇ ਨੇ ਕਿ ਫਿਰ ਜਦੋਂ ਪਰਮੇਸ਼ਵਰ ਦੀ ਅਪਾਰ ਕਿਰਪਾ ਵਰਤਦੀ ਹੈ, 1.5 ਲੱਖ ਰੁਪਇਆ ਕਿੱਥੋਂ ਆਇਆ, ਕਿਸ ਤਰ੍ਹਾਂ ਆਇਆ, ਪਤਾ ਨਹੀਂ ਲੱਗਿਆ। ਹੈਰਾਨ ਪਰੇਸ਼ਾਨ ਅਚੰਭਵ ਸਿੱਖ ਵੀ ਮਾਲਕਾ ਇਹ ਕਿਰਪਾ ਕਿੱਥੋਂ ਹੋਈ ਹੈ, ਪਤਾ ਨਹੀਂ ਲੱਗਿਆ। ਫਿਰ 1.5-2 ਸਾਲ ਬਾਅਦ ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਸਾਹਿਬ ਦੀ ਖੇਤੀ ਕੀਤੀ, ਗੁਰੂ ਨਾਨਕ ਪਾਤਸ਼ਾਹ ਦੀ ਕੋਧਰੇ ਦੀ। ਤੇ ਜੋ ਕੋਧਰੇ ਦਾ ਅਨਾਜ ਜੋ ਪੱਠਾ ਬੀਜ ਕੇ ਵੱਢਿਆ, ਉਸ ਨੂੰ ਵੇਚਿਆ, ਤਾਂ ਉਸ ਵਿੱਚੋਂ ਫਿਰ ਸਿੱਖ ਨੇ ਦਸਵੰਧ ਦਾ ਇੱਕ ਲੋੜਵੰਦ ਇਨਸਾਨ ਸੀ, ਗਰੀਬ ਸੀ, ਰੋਡ ਤੇ ਬੈਠਾ ਸੀ, ਉਸ ਨੂੰ ਪੈਸੇ ਦਿੱਤੇ ਕਿ ਜੇ ਮੈਂ ਕਿਤੇ ਤੁਹਾਨੂੰ ਰੋਟੀ ਨਾ ਪਹੁੰਚਾ ਸਕਿਆ ਤਾਂ ਇਹ ਮਾਇਆ ਲੈ ਕੇ ਤੁਸੀਂ ਆਪਣਾ ਪ੍ਰਸ਼ਾਦਾ ਪਾਣੀ ਛਕ ਲਿਓ। ਉਸ ਥੋੜ੍ਹੇ ਜਿਹੇ ਪੈਸੇ ਤੋਂ ਬਾਅਦ ਪਰਮੇਸ਼ਵਰ ਨੇ ਫਿਰ ਕਈ ਗੁਣਾ ਪੈਸਿਆਂ ਦੀ ਕਿਰਪਾ ਕੀਤੀ ਸਿੱਖ ਉੱਤੇ, ਕਿਸੇ ਚੀਜ਼ ਦੀ ਥੋੜ ਨਹੀਂ ਆਉਣ ਦਿੱਤੀ। ਇੱਕ ਹੋਰ ਕਰਿਸ਼ਮਾ ਕਿ ਦਸਵੰਧ ਕੀ ਕੁਝ ਕਰਵਾ ਸਕਦਾ। ਜੋ ਸਿੱਖ ਨੇ ਵੀਡੀਓ ਪਾਈ ਹੋਈ ਹੈ, ਲੜੀਵਾਰ ਸਰੂਪ ਪਰਮੇਸ਼ਵਰ ਦਾ ਸੱਚਾ ਸਰੂਪ ਕਿਵੇਂ ਲਿਖਣਾ, ਸੱਚੀ ਗੁਰਬਾਣੀ ਕਿਵੇਂ ਲਿਖਣੀ, ਅਸਲੀ ਗੁਰਬਾਣੀ ਕਿਵੇਂ ਲਿਖਣੀ ਹੈ, ਸਿੱਖ ਨੇ ਉਸੇ ਤਰੀਕੇ ਦੀ ਇੱਕ ਪੋਥੀ ਤਿਆਰ ਕੀਤੀ ਹੋਈ ਸੀ। ਪਰਮੇਸ਼ਵਰ ਦੀ ਅਪਾਰ ਕਿਰਪਾ ਨਾਲ ਨਿਤਨੇਮ ਦੀ ਪੂਰਨ ਸੰਪੂਰਨ ਲੜੀਵਾਰ, ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਲੜੀਵਾਰ। ਉਹ ਬਾਣੀ ਕੁਝ ਖਾਸ ਸਿੱਖ ਵੀਰ ਜਿਨ੍ਹਾਂ ਨੇ ਬੇਨਤੀ ਕੀਤੀ, ਚਾਹ ਜਾਗੀ ਜਿਨ੍ਹਾਂ ਅੰਦਰ ਕਿ ਸਾਨੂੰ ਵੀ ਇਸ ਤਰ੍ਹਾਂ ਦੀ ਪੋਥੀ ਜੋ ਹੈ ਨਿਤਨੇਮ ਲਿਖ ਕੇ ਦਿਓ। ਕੋਸ਼ਿਸ਼ ਕੀਤੀ ਸਿੱਖ ਨੇ, 2 ਕੁ ਸਿੱਖ ਵੀਰਾਂ ਨੂੰ ਨਿਤਨੇਮ ਦੀ ਪੋਥੀ ਤਿਆਰ ਕਰਕੇ ਦਿੱਤੀ। ਇੱਕ ਇਸ ਤੋਂ ਬਾਅਦ ਵੀ ਸਿੱਖ ਵੀਰ ਨੇ ਕਿਹਾ ਕਿ ਵੀਰ ਜੀ ਨਿਤਨੇਮ ਦੀ ਬਾਣੀ ਜੋ ਹੈ, ਜੋ ਆਪ ਨੇ ਲਿਖੀ ਹੋਈ ਹੈ ਆਪਣੇ ਹੱਥੀਂ, ਉਹ ਚਾਹੀਦੀ ਹੈ। ਤਾਂ ਸਿੱਖ ਨੇ ਸਿਰਫ ਜ਼ੈਰੋਕਸ ਕਰਾ ਕੇ ਦੇ ਦਿੱਤੀ, ਕਿਉਂਕਿ ਵਕਤ ਆਜ਼ਾਦੀ ਨਹੀਂ ਸੀ ਦੇ ਰਿਹਾ। ਕੀ ਕਰਿਸ਼ਮਾ ਵਾਪਰਿਆ, ਕਰੀਬਨ 4-5 ਸਾਲ ਤੋਂ ਜੋ ਸਿੱਖ
ਹੱਥ ਲਿਖਤ ਲੜੀਵਾਰ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਤ ਨੂੰ ਤਰਸ ਰਿਹਾ ਸੀ। ਉਹ ਪਰਮੇਸ਼ਵਰ ਨੇ ਅਪਾਰ ਕਿਰਪਾ ਕਰਕੇ ਉਹਦੀ ਦਾਤ ਦਿੱਤੀ ਸਿੱਖ ਨੂੰ। ਦੇਖ ਲਓ, ਇੱਕ ਨਿਤਨੇਮ ਦੀ ਪੋਥੀ, ਸਿਰਫ ਇੱਕ 5 ਬਾਣੀਆਂ ਮਹਾਰਾਜ ਦੀਆਂ ਲਿਖ ਕੇ ਦਿੱਤੀਆਂ ਸਿੱਖ ਵੀਰਾਂ ਨੂੰ, ਦੋਵਾਂ ਨੂੰ, ਤੇ ਇੱਕ ਨੂੰ ਜ਼ੈਰੋਕਸ ਕਰਾ ਕੇ ਦੇ ਦਿੱਤੀ। ਤੇ ਪਰਮੇਸ਼ਵਰ ਨੇ ਅਥਾਹ ਸਮੁੰਦਰ ਭੇਜਿਆ, ਆਪਣਾ ਸਰੂਪ ਹੀ ਭੇਜ ਦਿੱਤਾ ਘਰ। 5 ਸਾਲ ਦੀ ਤੜਫ ਸਿਰਫ ਇੱਕ ਦਸਵੰਧ ਦੇਣ ਦੇ ਕਾਰਨ ਪੂਰੀ ਹੋ ਗਈ। ਬਾਣੀ ਦਾ ਦਸਵੰਧ ਦਿੱਤਾ ਲਿਖ ਕੇ, ਤੇ ਆਪ ਹੀ ਨਾਰਾਇਣ ਆ ਗਿਆ। ਕਰੀਬਨ 150-200 ਸਾਲ ਪੁਰਾਣਾ ਪੁਰਾਤਨ ਹੱਥ ਲਿਖਤ ਸਰੂਪ ਮਹਾਰਾਜ ਦਾ। ਕਿੱਡੀ ਵੱਡੀ ਦਾਤ ਹੈ। ਇਸ ਕਰਕੇ ਭਾਈ ਆਪਣੀ ਜ਼ਿੰਦਗੀ ਦਾ ਦਸਵੰਧ ਕੱਢੀਏ, ਨਾਮ ਸਿਮਰਨ ਕਰੀਏ, ਸੇਵਾ ਕਰੀਏ, ਧਿਆਨ ਸਿਰਫ ਪਰਮੇਸ਼ਵਰ ਦਾ ਰੱਖੀਏ ਤੇ ਅਰਦਾਸ ਕਰੀਏ, ਤੇ ਆਪਣੀ ਜ਼ਿੰਦਗੀ ਦਾ ਦਸਵੰਧ ਜ਼ਰੂਰ ਦਈਏ। ਆਪਣੀ ਸੱਚੀ ਸੁੱਚੀ ਕਿਰਤ ਦਾ ਵੀ ਦਸਵੰਧ ਜ਼ਰੂਰ ਦਈਏ, ਤਾਂ ਕਿ ਸਾਨੂੰ ਕਿਸੇ ਪਾਸੋਂ ਵੀ ਥੋੜ ਨਾ ਆਵੇ, ਕਿਸੇ ਪਾਸੋਂ ਸਾਨੂੰ ਘਾਟ ਨਾ ਆਵੇ। ਗਰੀਬੀ ਤਾਂ ਹੋ ਰਹੀ ਹੈ ਕਿਉਂਕਿ ਅਸੀਂ ਆਪਣੀ ਸੱਚੀ ਸੁੱਚੀ ਕਮਾਈ ਦੀ ਦਸਵੰਧ ਨਾ ਕੱਢ ਕੇ ਕਿਸੇ ਦੀ ਸੇਵਾ ਨਹੀਂ ਕਰ ਰਹੇ। ਕੋਈ ਆਉਂਦਾ ਲੋੜਵੰਦ ਨੂੰ ਰੁਪਈਆ ਕੱਢ ਕੇ ਰੱਖ ਦਿੰਦੇ ਆ। ਲੜਵਾਈ ਆਪਣੇ ਕੀ ਕਰਾਂਗੇ ਅਸੀਂ? ਕਿਵੇਂ ਸਾਡੀ ਗਰੀਬੀ ਦੂਰ ਹੋਏਗੀ ਜੇ ਅਸੀਂ ਇਸ ਤਰ੍ਹਾਂ ਦੇ ਕੰਮ ਕਰਾਂਗੇ? ਗੁਰੂ ਸਾਹਿਬ ਦੇ ਖਿਲਾਫ ਜਾਵਾਂਗੇ, ਗੁਰੂ ਸਾਹਿਬ ਦੇ ਤੋਹਫੇ ਨੂੰ ਨਹੀਂ ਸਮਝਾਂਗੇ। ਤਾਂ ਕਰਕੇ ਅੱਜ ਸਾਡੇ ਸਮਾਜ ਵਿੱਚ ਗਰੀਬੀ ਛਾਈ ਹੋਈ ਹੈ, ਕਿਉਂਕਿ ਲੋੜਵੰਦ ਦੀ ਮਦਦ ਨਹੀਂ ਹੋ ਰਹੀ, ਦਸਵੰਧ ਨਹੀਂ ਨਿਕਲਦਾ। ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਸਾਡੀ ਮੁਸਲਮਾਨ ਕੌਮ ਹੈ, ਬਹੁਤ ਸਾਰੇ ਇਸ ਤਰ੍ਹਾਂ ਦੇ ਧਰਮ ਹੈਗੇ ਨੇ। ਹੋਰ ਸਿਰਫ ਦਸਵੰਧ ਹੀ ਨਹੀਂ, 20 ਤੋਂ 30% ਜਿਹੜੀ ਆਪਣੀ ਸੱਚੀ ਸੁੱਚੀ ਕਮਾਈ ਦਾ ਉਹ ਕਿਸੇ ਨਾ ਕਿਸੇ ਚੰਗੇ ਕੰਮ ਵਿੱਚ ਲਾਉਂਦੇ ਨੇ, ਕਿਸੇ ਗਰੀਬ ਦੀ ਮਦਦ ਕਰਦੇ ਨੇ, ਲੋੜਵੰਦਾਂ ਦੀ ਜ਼ਰੂਰਤ ਪੂਰੀ ਕਰਦੇ ਨੇ। 30-30, 40-40% ਆਪਣੀ ਸੱਚੀ ਸੁੱਚੀ ਕਮਾਈ ਦਾ। ਉਹਨਾਂ ਨੂੰ ਪਤਾ ਹੈ ਇਸ ਸ੍ਰਿਸ਼ਟੀ ਦਾ ਕੀ ਨਿਯਮ ਹੈ। ਜੋ ਅਸੀਂ ਵੰਡਾਂਗੇ ਉਹੀ ਸਾਡੇ ਕੋਲ ਵਾਪਸ ਆਊਗਾ, ਉਹ ਵੀ 1000 ਗੁਣਾ, ਕਈ ਗੁਣਾ। ਉਹਦੇ 'ਤੇ ਡਿਜਿਟ ਲੱਗਦੇ ਹੈਗੇ ਨੇ। ਦੁੱਖ ਵੰਡਾਂਗੇ ਤਾਂ ਕਈ ਗੁਣਾ ਦੁੱਖ ਆਏਗਾ, ਸੁੱਖ ਵੰਡਾਂਗੇ ਸੁੱਖ ਆਏਗਾ, ਪ੍ਰੇਮ ਵੰਡਾਂਗੇ ਤੇ ਪ੍ਰੇਮ ਆਏਗਾ ਕਈ ਗੁਣਾ। ਪਰਮੇਸ਼ਵਰ ਵੱਲ ਤੁਰਾਂਗੇ ਤੇ ਪਰਮੇਸ਼ਵਰ ਕੋਟ ਪੈਂਡਾ ਚੱਲ ਕੇ ਆਉਣਗੇ ਸਾਡੇ ਵੱਲ। ਇੱਕ ਸਿੱਖ ਨੇ ਵੀਰ ਨੇ ਲਿਖਿਆ ਹੋਇਆ ਕਿ ਮੇਰਾ ਪਹਿਲਾ ਜਿਹੜਾ ਦਸਵੰਧ ਹੈ ਤੇ ਹੁਣ ਦੇ ਦਸਵੰਧ ਵਿੱਚ 400 ਗੁਣਾ ਦਾ ਫਰਕ ਹੈਗਾ। ਮੇਰਾ ਹੁਣ ਦਾ ਦਸਵੰਧ, ਸਿੱਖ ਵੀਰ ਨੇ ਲਿਖਿਆ ਕਿ ਪਹਿਲੇ ਦਸਵੰਧ ਨਾਲੋਂ 400 ਗੁਣਾ ਵੱਧ, ਤੇ ਮੇਰੀ ਪਹਿਲੀ ਜੋ ਸੈਲਰੀ ਹੈ ਉਹਦੇ ਨਾਲੋਂ 40 ਗੁਣਾ ਵੱਧ ਹੈ। ਇਹ ਬਖਸ਼ਿਸ਼ ਹੈ ਦਸਵੰਧ ਦੀ ਮੇਰੇ ਭਰਾਵੋ। ਆਪਣਾ ਤਨ ਮਨ ਜਗਾਈਏ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆਈਏ, ਰਹਿਤਾਂ ਨਿਭਾਈਏ ਮੇਰੇ ਵੀਰੋ। ਸਿੱਖ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ, ਬਾਦਸ਼ਾਹਤ ਦਿੱਤੀ ਹੋਈ ਹੈ ਗੁਰੂ ਸਾਹਿਬ ਨੇ। ਬਾਦਸ਼ਾਹਤ ਮਿਲਣੀ ਹੈਗੀ ਹੈ ਰਹਿਤ ਵਿੱਚ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਕਿਸੇ ਚੀਜ਼ ਦੀ ਥੋੜ ਨਹੀਂ ਆਉਣੀ ਉਸ ਇਨਸਾਨ ਨੂੰ ਜੋ ਗੁਰੂ ਸਾਹਿਬ ਦੀ ਰਹਿਤ ਨਿਭਾ ਰਿਹਾ। ਜੋ ਗੁਰੂ ਸਾਹਿਬ ਦੀ ਰਹਿਤ ਨਿਭਾ ਰਿਹਾ ਉਹੀ ਸੁਖੀ ਹੈ, ਕਿਉਂਕਿ ਸਿੱਖ ਸੰਸਾਰ ਵਿੱਚ ਨਹੀਂ ਆਉਂਦਾ। ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਸਾਰਾ ਦੁਖੀ ਹੈ ਲੇਕਿਨ ਸਿੱਖ ਦੁਖੀ ਨਹੀਂ ਹੈਗਾ, ਕਿਉਂਕਿ ਸਿੱਖ ਅਕਾਲ ਪੁਰਖ ਕੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮੇਸ਼ਵਰ ਦੇ ਚਰਨ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਹੈਗਾ। ਜੇ ਸਿੱਖ ਆਪਣੀ ਰਹਿਤ ਵਿੱਚ ਆ ਜੇ, ਪੂਰਨ ਸੰਪੂਰਨ ਰਹਿਤ, ਅੰਮ੍ਰਿਤ ਵੇਲਾ, ਬਾਣਾ, ਲੜੀਵਾਰ ਪੂਰਨ ਸੰਪੂਰਨ ਗੁਰਬਾਣੀ, ਸ਼ਸਤਰ ਤੇ ਸਰਬਲੋ ਦੀ ਰਹਿਤ,
ਦਾ ਸੰਬੰਧ, ਕੁਝ ਖਾਸ ਚੀਜ਼ਾਂ ਜੋ ਹੈਗੀਆਂ ਨੇ ਗੁਰੂ ਸਾਹਿਬ ਨੇ ਦਿੱਤੀਆਂ ਨੇ। ਇਹ ਖਜ਼ਾਨੇ ਨੇ ਬੇਸ਼ਕੀਮਤੀ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ। ਇਹ ਉਹੀ ਪਛਾਣ ਸਕਦਾ ਜਿਸ ਨੂੰ ਅੱਖ ਬਖਸ਼ੀ ਹੋਵੇ ਗੁਰੂ ਸਾਹਿਬ ਨੇ। ਹੀਰੇ ਦੀ ਪਰਖ ਸਿਰਫ ਜੌਹਰੀ ਕਰ ਸਕਦਾ, ਕੋਈ ਆਮ ਇਨਸਾਨ ਨਹੀਂ। ਸੋਨੇ ਦੀ ਪਰਖ ਸਿਰਫ ਸੁਨਿਆਰ ਕਰ ਸਕਦਾ, ਕੋਈ ਆਮ ਇਨਸਾਨ ਨਹੀਂ। ਲੋਹੇ ਦੀ ਪਰਖ ਵੀ ਕੋਈ ਚੰਗਾ ਲੋਹਾਰ ਕਰ ਸਕਦਾ, ਕੋਈ ਆਮ ਇਨਸਾਨ ਨਹੀਂ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਰਹਿਤ ਦੀ ਪਛਾਣ ਕੋਈ ਆਮ ਇਨਸਾਨ ਨਹੀਂ ਕਰ ਸਕਦਾ। ਸਿਰਫ ਅੱਖਾਂ ਮੀਟ ਕੇ ਸਾਨੂੰ ਤੁਰਨਾ ਚਾਹੀਦਾ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਵੇ ਤੇ ਮਾਰਗ ਪੈਰ ਤਰੀਜੇ, ਸਿਰ ਦੀਜੇ ਖਾਣ ਨਾ ਕੀਜੇ। ਅੱਖਾਂ ਮੀਟ ਕੇ ਗੁਰੂ ਸਾਹਿਬ ਦੀ ਰਹਿਤ ਨਹੀਂ ਪਾਈਏ ਮੇਰੇ ਵੀਰੋ। ਇਹਦੇ ਵਿੱਚ ਸਾਰੀਆਂ ਬਰਕਤਾਂ ਨੇ, ਸਾਰੀਆਂ ਖੁਸ਼ੀਆਂ ਨੇ, ਸਾਰੇ ਆਨੰਦ ਦੇ ਗੇੜੇ ਹੈਗੇ ਨੇ। ਇਨਸਾਨ ਇੱਥੇ ਸੁੱਖ ਲੈਣ ਲਈ ਆਉਂਦਾ, ਆਨੰਦ ਲੈਣ ਲਈ ਆਉਂਦਾ। ਆਨੰਦ ਰਹਿਤ ਵਿੱਚ ਹੈ। ਸਾਰੇ ਖਜ਼ਾਨੇ, ਰਿੱਧੀਆਂ ਸਿੱਧੀਆਂ, ਸਾਰਾ ਕੁਝ ਰਹਿਤ ਵਿੱਚ ਹੈ। ਉਹ ਜੀਵਦਿਆਂ ਮੁਕਤ ਹੋਏਗਾ ਜੋ ਰਹਿਤ ਵਿੱਚ ਆਵੇਗਾ, ਸਰਬਲੋ ਦੀ ਰਹਿਤ ਵਿੱਚ ਆਵੇਗਾ। ਜੀਵਨ ਜੀਂਦਿਆਂ ਮੁਕਤ ਹੋ ਜਾਏਗਾ ਇਨਸਾਨ ਨੂੰ। ਕਹਿੰਦੇ ਆ ਨਾ ਕਿ ਵਕਤ ਹੈ ਨਹੀਂ, ਇਨਸਾਨ ਕੋਲ ਵਕਤ ਹੈ ਨਹੀਂ। ਆਖਰੀ ਸਵਾਸਾਂ ਤੱਕ ਉਹ ਬਿਜ਼ੀ ਹੁੰਦਾ ਨਹੀਂ। ਜਿਹੜਾ ਇਨਸਾਨ ਗੁਰੂ ਸਾਹਿਬ ਦੀ ਰਹਿਤ ਵਿੱਚ ਆ ਜਾਂਦਾ, ਉਸਨੂੰ ਗਿਆਨ ਆ ਜਾਂਦਾ। ਇਨਸਾਨ ਕੋਲ ਗਿਆਨ ਨਹੀਂ ਹੈਗਾ ਇਸ ਯੁੱਗ ਵਿੱਚ। ਅੱਖਾਂ 'ਤੇ ਹਨੇਰਾ ਪਾ ਦਿੱਤਾ। ਜਦੋਂ ਗਿਆਨ ਆਏਗਾ, ਜ਼ਿੰਦਗੀ ਸੁਖਾਲੀ ਹੋ ਜਾਏਗੀ ਮੇਰੇ ਵੀਰੋ। ਇਸ ਲਈ ਬਾਰ-ਬਾਰ ਬੇਨਤੀ ਸਿੱਖ ਦੀ ਇਸ ਕੌਮ ਦੇ ਚਰਨਾਂ ਵਿੱਚ, ਜੋ ਅਸੀਂ ਭਟਕ ਗਏ ਹਾਂ, ਜੋ ਗੁਰੂ ਸਾਹਿਬ ਦੇ ਫਰਮਾਨ ਨੇ, ਬਚਨ ਨੇ ਕਿ ਸਿੱਖ ਕੌਮ ਭਟਕ ਜਾਏਗੀ, ਸਿਰਫ ਨਾਮ ਦੀ ਸਿੱਖ ਕੌਮ ਰਹੇਗੀ, ਉਹੀ ਹੋ ਰਿਹਾ। ਜਾਗੀਏ ਤੇ ਹੋਰਨਾਂ ਨੂੰ ਵੀ ਜਗਾਈਏ। ਜੋ ਇਹ ਦੁੱਖ ਦਰਦ ਕਲੇਸ਼ ਬਿਮਾਰੀਆਂ ਨਸ਼ੇ ਐਬ ਸਭ ਕੁਛ ਇਨਸਾਨ ਦੇ ਉੱਤੇ ਪਿਆ ਹੋਇਆ, ਸਿਰਫ ਇੱਕ ਗੁਰੂ ਤੋਂ ਬੇਮੁਖ ਹੋਣ ਦੇ ਕਾਰਨ, ਨਿਗੁਰਾ ਹੋਣ ਦੇ ਕਾਰਨ। ਸਾਡੇ ਸਿੱਖ ਵੀਰਾਂ ਨੂੰ ਭਰਾਵਾਂ ਨੂੰ ਕੇਸਾਂ ਦੀ ਮਹਿਮਾ ਨਹੀਂ ਪਤਾ, ਦਸਤਾਰ ਦੀ ਮਹਿਮਾ ਨਹੀਂ ਪਤਾ, ਗੁਰੂ ਸਾਹਿਬ ਦੀ ਰਹਿਤ ਦੀ ਮਹਿਮਾ ਦੀ ਨਹੀਂ ਪਤਾ। ਕੀ ਗੁਰੂ ਸਾਹਿਬ ਖਜ਼ਾਨੇ ਦੇ ਗਏ ਨੇ ਸਾਨੂੰ। ਮਹਾਰਾਜ ਅਪਾਰ ਕਿਰਪਾ ਕਰਨ, ਸਾਰਿਆਂ ਨੂੰ ਸੋਝੀ ਬਖਸ਼ਣ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।